Dear student, today we are going to discuss a new article, that is the torque experienced by a current carrying coil placed in a magnetic field. ਜਦੋਂ ਵੀ ਅਸੀਂ ਕਰੰਟ ਕੈਰਿੰਗ ਕੋਇਲ ਨੂੰ ਮੈਗਨੈਟਿਕ ਫੀਲਡ ਦੇ ਅੰਡਰ ਰੱਖਦੇ ਹਾਂ ਤੇ ਉਹਦੇ ਉੱਪਰ ਜਿਹੜੀ ਹੈ ਟਾਰਕ ਜਿਹੜੀ ਐਕਟ ਕਰਦੀ ਹੈ। ਇਸ ਟਾਰਕ ਕਰਕੇ ਜਿਹੜਾ ਸਾਡਾ ਕੋਇਲ ਹੈ ਉਹ ਰੋਟੇਟ ਹੋ ਜਾਂਦਾ ਹੈ, ਕਿਉਂਕਿ ਟਾਰਕ ਦਾ ਮਤਲਬ ਟਰਨਿੰਗ ਇਫੈਕਟ ਆਫ ਫੋਰਸ। ਇਸ ਤੋਂ ਜਿਹੜਾ ਅਸੀਂ ਪਹਿਲਾ ਆਰਟੀਕਲ ਅਸੀਂ ਡਿਸਕਸ ਕੀਤਾ ਸੀ ਉਹਦੇ ਵਿੱਚ ਅਸੀਂ ਕੀ ਪੜਿਆ ਸੀ ਕਿ ਕਰੰਟ ਕੈਰਿੰਗ ਵਾਇਰ ਨੂੰ ਜਦੋਂ ਮੈਗਨੈਟਿਕ ਫੀਲਡ 'ਚ ਰੱਖਦੇ ਆ, ਫਿਰ ਧਿਆਨ ਦਿਓ ਇਹ ਹੈਗਾ ਕਰੰਟ ਕੈਰਿੰਗ ਕੋਇਲ। ਜਦੋਂ ਤੇ ਕਰੰਟ ਕੈਰਿੰਗ ਕੋਇਲ ਨੂੰ ਮੈਗਨੈਟਿਕ ਫੀਲਡ 'ਚ ਰੱਖੋਗੇ ਤੇ ਉਹਦੇ ਉੱਪਰ ਜਿਹੜੀ ਹੈ ਟਾਰਕ ਐਕਟ ਕਰਦੀ ਹੈ। ਪਰ ਜਿਹੜਾ ਅਸੀਂ ਆਰਟੀਕਲ ਇਸ ਤੋਂ ਪਹਿਲਾਂ ਡਿਸਕਸ ਕੀਤਾ ਹੈ ਉਹ ਸੀਗਾ ਕਿ ਕਰੰਟ ਕੈਰਿੰਗ ਵਾਇਰ, ਕੋਇਲ ਨਹੀਂ ਵਾਇਰ। ਜਦੋਂ ਕਰੰਟ ਕੈਰਿੰਗ ਵਾਇਰ ਨੂੰ ਅਸੀਂ ਮੈਗਨੈਟਿਕ ਫੀਲਡ 'ਚ ਰੱਖਦੇ ਹਾਂ ਤੇ ਉਹਦੇ ਉੱਪਰ ਜਿਹੜੀ ਹੈ ਫੋਰਸ ਐਕਟ ਕਰਦੀ ਹੈ। ਇਹ ਦੋਨੋਂ ਲਾਈਨਸ ਜਿਹੜੀਆਂ ਨੇ ਕੰਫਿਊਜ਼ਿੰਗ ਨੇ, ਇਹਨਾਂ ਨੂੰ ਬੜੇ ਧਿਆਨ ਪੂਰਵਕ ਆਪਣੇ ਮਾਈਂਡ 'ਚ ਰੱਖਣਾ ਹੈ। ਜੇ ਤੇ ਕੱਲੀ ਵਾਇਰ ਹੈ ਕਰੰਟ ਕੈਰਿੰਗ, ਉਹਨੂੰ ਮੈਗਨੈਟਿਕ ਫੀਲਡ 'ਚ ਰੱਖੋਗੇ ਤੇ ਉਹਦੇ ਉੱਪਰ ਫੋਰਸ ਐਕਟ ਕਰੇਗੀ। ਤੇ ਜੇ ਸਾਡੇ ਕੋਲ ਕੋਇਲ ਹੈ, ਕੋਈ ਰੈਕਟੈਂਗੂਲਰ ਕੋਇਲ ਹੈ ਜਾਂ ਸਰਕੂਲਰ ਕੋਇਲ ਹੈ, ਉਹਨੂੰ ਮੈਗਨੈਟਿਕ ਫੀਲਡ 'ਚ ਰੱਖੋਗੇ ਜਿਹਦੇ ਵਿੱਚ ਕਰੰਟ ਹੈ ਤੇ ਉਹਦੇ ਉੱਪਰ ਜਿਹੜੀ ਹੈ ਟਾਰਕ ਐਕਟ ਕਰਦੀ ਹੈ। ਨਾਓ ਇਹ ਜੋ ਮੈਂ ਇਕੁਏਸ਼ਨਸ ਲਿਖੀਆਂ ਨੇ ਇਹ ਪਿਛਲੇ ਆਰਟੀਕਲਸ ਦੀਆਂ ਨੇ, ਕਿਉਂਕਿ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। This is the force experienced by current carrying wire। ਜਿਹੜੀ ਕਰੰਟ ਕੈਰਿੰਗ ਵਾਇਰ ਸੀਗੀ ਜਿਹਦੀ ਲੈਂਥ ਸੀਗੀ ਸਾਡੇ ਕੋਲ L, ਜਿਹਨੂੰ ਅਸੀਂ ਮੈਗਨੈਟਿਕ ਫੀਲਡ B ਦੇ ਵਿੱਚ ਰੱਖਿਆ ਸੀ ਤੇ I ਜਿਹੜਾ ਹੈ ਉਹਦੇ ਵਿੱਚ ਕਰੰਟ ਫਲੋ ਕਰਦਾ ਪਿਆ ਸੀ ਤੇ ਜਿਹੜੀ ਫੋਰਸ ਲੱਗੀ ਸੀ ਉਸ ਵਾਇਰ ਉੱਪਰ ਉਹਦਾ ਕੀ ਫਾਰਮੂਲਾ ਸੀਗਾ ILB sin θ। ਇਹ ਲੌਰੈਂਜ ਜਿਹੜੀ ਮੈਗਨੈਟਿਕ ਫੋਰਸ ਤੋਂ ਅਸੀਂ ਕੈਲਕੂਲੇਟ ਕੀਤਾ ਸੀ, ਉਹ ਵੀ ਬੜਾ ਇੰਪੋਰਟੈਂਟ ਆਰਟੀਕਲ ਹੈ। ਇਹ ਹੈਗਾ ਕਰੰਟ ਕੈਰਿੰਗ ਵਾਇਰ ਨੂੰ ਮੈਗਨੈਟਿਕ ਫੀਲਡ 'ਚ ਰੱਖਿਆ। ਤੇ ਜੇ ਇਸ ਨੂੰ ਅਸੀਂ ਵੈਕਟਰ ਫਾਰਮ 'ਚ ਲਿਖਣਾ ਚਾਹੁੰਦੇ ਆ ਫਿਰ ਸਾਡਾ F ਉੱਪਰ ਵੈਕਟਰ ਆਏਗਾ ਤੇ I ਦਾ I ਤੇ ਕਦੀ ਵੈਕਟਰ ਨਹੀਂ ਆਏਗਾ ਕਿਉਂਕਿ ਇਹ ਸਕੇਲਰ ਹੈ। ਬਾਕੀ LB sin θ ਕਰਕੇ ਸਾਡੇ ਕੋਲ ਵਿੱਚ ਕੀ ਆਏਗਾ ਕ੍ਰਾਸ L ਵੈਕਟਰ ਕ੍ਰਾਸ ਸਾਡੇ ਕੋਲ ਕਿਹੜਾ ਆ ਜਾਏਗਾ B ਵੈਕਟਰ। ਪਹਿਲਾਂ ਇਹਨਾਂ ਦੋਨਾਂ ਫਾਰਮੂਲੇ ਨੂੰ ਆਪਣੇ ਮਾਈਂਡ 'ਚ ਰੱਖਣਾ ਹੈ ਕਿਉਂਕਿ ਮੈਂ ਅੱਜ ਦੇ ਆਰਟੀਕਲਸ ਦੇ ਵਿੱਚ ਇਹਨਾਂ ਨੂੰ ਯੂਜ਼ ਕਰਨਾ ਹੈ ਕਿ ਕਰੰਟ ਕੈਰਿੰਗ ਵਾਇਰ ਹੋਵੇ ਤੇ ਉਹਦੇ ਉੱਪਰ ਜਿਹੜੀ ਹੈ ਫੋਰਸ ਐਕਟ ਕਰਦੀ ਹੈ। ਤੇ ਇਹ ਫਾਰਮੂਲਾ ਜਿਹੜਾ ਹੈ ਆਪਣੇ ਮਾਈਂਡ ਦੇ ਵਿੱਚ ਤੁਸੀਂ ਯਾਦ ਕਰ ਲਓ ILB sin θ ਜਾਂ IL ਵੈਕਟਰ ਕ੍ਰਾਸ ਤੁਹਾਡੇ ਕੋਲ ਆ ਜਾਏਗਾ B ਵੈਕਟਰ। ਨਾਓ this is a rectangular shaped coil। ਜਿਹੜੇ ਅਸੀਂ ਆਰਟੀਕਲ ਦੀ ਗੱਲ ਕਰ ਲੱਗੇ ਹਾਂ A B C D, it is a rectangular shaped coil carrying current I in the direction as shown in figure। ਇਸ ਕੋਇਲ ਦੇ ਵਿੱਚ ਦੇਖੋ ਕਰੰਟ ਫਲੋ ਕਰ ਰਿਹਾ A ਤੋਂ B, B to C, C to D, then back D to A। ਇਹ ਸਾਡਾ ਹੈਗਾ ਕੋਇਲ ਰੈਕਟੈਂਗੂਲਰ ਸ਼ੇਪਡ। ਨਾਓ this is the magnetic field applied। ਇਹ ਦੇਖੋ ਮੈਗਨੈਟਿਕ ਫੀਲਡ ਜਿਹੜਾ ਹੈ ਅਸੀਂ ਹੋਰੀਜ਼ੋਨਟਲ ਜਿਹੜੀਆਂ ਲਾਈਨਸ ਨੇ ਜਿਹੜੀਆਂ ਪੈਰਲਲ ਮੰਨ ਲਓ ਯੂਨੀਫਾਰਮ ਮੈਗਨੈਟਿਕ ਫੀਲਡ ਹੈ, ਮੰਨ ਲਓ ਅਸੀਂ ਜਿਹੜਾ ਇਹਨੂੰ ਅਪਲਾਈ ਕੀਤਾ ਹੈ। ਇਸ ਮੈਗਨੈਟਿਕ ਫੀਲਡ ਦੇ ਅੰਡਰ ਸਾਡੇ ਕੋਲ ਕਰੰਟ ਕੈਰਿੰਗ ਜਿਹੜਾ ਹੈ ਉਹ ਕੋਇਲ ਆ ਚੁੱਕਾ ਹੈ। ਨਾਓ this coil ਜਿਹੜਾ rectangular shaped coil ਹੈ you can take it as a 4 wire। ਆ ਦੇਖੋ A ਤੋਂ B ਇੱਕ ਵਾਇਰ ਹੋ ਗਈ, B ਤੋਂ C ਸੈਕੰਡ ਵਾਇਰ, C ਤੋਂ D ਥਰਡ ਤੇ ਲਾਸਟ ਆ ਗਈ D to A। this rectangular shaped coil can be considered as equivalent to 4 current carrying wires placed in magnetic field। ਪੂਰਾ ਕੋਇਲ ਮੈਗਨੈਟਿਕ ਫੀਲਡ 'ਚ ਹੈ ਪਰ ਕੋਇਲ ਅਸੀਂ ਮੰਨ ਸਕਦੇ ਹਾਂ ਕਿ 4 ਵਾਇਰਸ ਦਾ ਬਣਿਆ। ਇਹਦਾ ਮਤਲਬ ਸਾਡੇ ਕੋਲ ਇੱਥੇ 4 ਵਾਇਰਸ ਨੇ ਜਿਹੜੀਆਂ ਹੁਣ ਮੈਗਨੈਟਿਕ ਫੀਲਡ ਦੇ ਵਿੱਚ ਆ ਗਈਆਂ।
ਤੇ ਹੁਣੇ ਮੈਂ ਪਹਿਲਾਂ ਕੀ ਡਿਸਕਸ ਕੀਤਾ ਹੈ, ਜੇਕਰ ਇੱਕ ਕਰੰਟ ਕੈਰਿੰਗ ਵਾਇਰ ਨੂੰ ਮੈਗਨੈਟਿਕ ਫੀਲਡ 'ਚ ਰੱਖੋਗੇ ਤੇ ਉਹਦੇ ਉੱਪਰ ਫੋਰਸ ਲੱਗੇਗੀ ILB sin ਥੀਟਾ। ਪਰ ਮੇਰੇ ਕੋਲ ਤੇ ਅੱਜ ਜਿਹੜੀਆਂ ਨੇ 4 ਵਾਇਰਸ ਨੇ, ਇਹ 4 ਵਾਇਰਸ ਵਿੱਚ ਕਰੰਟ ਹੈ ਤੇ ਇਹਨਾਂ ਨੂੰ ਜਦੋਂ ਮੈਗਨੈਟਿਕ ਫੀਲਡ 'ਚ ਰੱਖੋਗੇ ਤੇ ਸਾਡੇ ਉੱਤੇ ਜਿਹੜੀਆਂ ਨੇ 4 ਫੋਰਸਿਸ ਜਿਹੜੀਆਂ ਕੋਇਲ ਉੱਪਰ ਉਹ ਐਕਟ ਕਰਨਗੀਆਂ ਤੇ ਇਹ ਚਾਰੋਂ ਫੋਰਸਿਸ ਮੈਂ ਜਿਹੜੀਆਂ ਸ਼ੋ ਕੀਤੀਆਂ F1 F2 F3 ਤੇ F4, ਇਹ 4 ਫੋਰਸਿਸ ਵਾਇਰ ਉੱਪਰ ਐਕਟ ਕਰ ਰਹੀਆਂ। ਇਹਨਾਂ ਨੂੰ ਅਸੀਂ ਹੁਣ ਡਿਟੇਲ ਦੇ ਵਿੱਚ ਜਿਹੜਾ ਆਪਾਂ ਸਟੱਡੀ ਕਰਾਂਗੇ। ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਕਲੀਅਰ ਹੋ ਗਿਆ ਕਿ ਇਹ ਫੋਰਸਿਸ ਕਿੱਥੋਂ ਆ ਗਈਆਂ, 4 ਫੋਰਸਿਸ ਕਿਉਂ ਨੇ, ਬਿਕੋਜ਼ ਦਾ ਕੋਇਲ ਕੰਸਿਸਟ ਆਫ the 4 current carrying wires। now ਜਿਹੜਾ ਰੈਕਟੈਂਗੂਲਰ ਕੋਇਲ ਹੈ, ਜੇ ਇਹ ਰੈਕਟੈਂਗੂਲਰ ਸ਼ੇਪ ਹੈ ਤੇ ਇਹਦਾ ਮਤਲਬ ਇਹਦੀ ਲੈਂਥ ਵੀ ਹੋਏਗੀ ਤੇ ਇਹਦੀ ਜਿਹੜੀ ਹੈ ਬ੍ਰੈਡਥ ਵੀ ਹੋਏਗੀ। now this is the length, ਇਹਨੂੰ ਅਸੀਂ ਜਿਹੜਾ ਹੈ ਆਪਣੇ ਮਾਈਂਡ 'ਚ ਇਹਨੂੰ L ਰੱਖਣਾ ਹੈ। ਇਥੋਂ ਬਾਅਦ ਮੈਂ ਇਹਨੂੰ ਰੱਬ ਕਰ ਦਾਂਗਾ ਤੇ ਆਹ ਸਾਡੀ ਜਿਹੜੀ ਹੈ ਬ੍ਰੈਡਥ ਹੈ ਤੇ ਇਹਦੀ ਜਿਹੜੀ ਵੈਲਿਊ ਹੈਗੀ ਹੈ ਸਾਡੇ ਕੋਲ ਕਿੰਨੀ ਹੈ B। ਇਹ ਮੈਂ ਡਾਇਗਰਾਮ ਦੇ ਵਿੱਚ ਇੱਥੇ ਨਹੀਂ ਸ਼ੋ ਕਰ ਰਿਹਾ। ਇੱਕ ਲੈਂਥ, this is a length, now this is a breadth। ਜੇ ਆ L ਹੈ ਤੇ ਆ ਵੀ L ਹੋਏਗੀ, ਜੇ ਆ B ਹੈ ਤੇ ਆ ਵਾਲੀ ਸਾਈਡ ਵੀ ਸਾਡੀ ਜਿਹੜੀ ਹੈ ਉਹ B ਹੀ ਹੋਏਗੀ। now come to the number 1 point। ਸਟਾਰਟਿੰਗ ਤੇ ਜੋ ਤੁਸੀਂ ਲਿਖਣਾ ਹੈ ਮੈਂ ਤੁਹਾਨੂੰ ਉਹ ਥੋੜਾ ਜਿਹਾ ਬੋਲ ਦੇਣਾ ਹੈ, ਉਹ ਆਪਣੇ ਅਕੋਰਡਿੰਗ ਤੁਸੀਂ ਜਿਹੜਾ ਲਿਖ ਸਕਦੇ ਹੋ। ਕੰਸੀਡਰ ਅ rectangular shaped coil ABCD carrying current I as shown in figure, ਜਿਹਦੇ ਵਿੱਚ ਜਿਹੜਾ ਹੈ ਕਰੰਟ I flow ਕਰ ਰਿਹਾ। This rectangular shaped coil having current I is placed in uniform यानी कि सिंपल यहां सी magnetic field of strength B, ਉਹਦੇ ਵਿੱਚ ਅਸੀਂ ਇਹਨੂੰ ਰੱਖ ਦਿੱਤਾ। let the length of the coil is L and the breadth of the coil is B। ਇਹਨਾਂ ਅਸੀਂ ਲਿਖਣਾ ਹੈ ਪਹਿਲਾਂ ਕਿਉਂਕਿ ਥੋੜਾ ਬਹੁਤਾ ਆਰਟੀਕਲ ਬਾਰੇ ਅਸੀਂ ਉਹਨੂੰ ਡਿਸਕ੍ਰਾਈਬ ਕਰਨਾ। ਉਸ ਤੋਂ ਬਾਅਦ the coil, current carrying coil can be considered as an equivalent to 4 current carrying wires placed in magnetic field। The current carrying coil can be considered an equivalent to the 4 current carrying wire placed in the magnetic field। Therefore each wire will experience a force। हर एक वायर ऊपर ਜਿਹੜੀ ਹੈ ਉਹ ਫੋਰਸ ਜਿਹੜੀ ਹੈ ਐਕਟ ਕਰੇਗੀ। ਆਓ ਹੁਣ ਉਸ ਫੋਰਸਿਸ ਬਾਰੇ ਜਿਹੜਾ ਆਪਾਂ ਡਿਟੇਲ ਦੇ ਵਿੱਚ ਆਪਾਂ ਕੈਲਕੂਲੇਟ ਕਰਦੇ ਹਾਂ। ਨਾਓ ਇਥੋਂ ਮੈਂ ਆਰਟੀਕਲ ਦਾ ਜਿਹੜਾ ਨੇਮ ਹੈ ਉਹ ਮੈਂ ਰੱਬ ਕਰ ਲੱਗਾ। ਡਾਇਗਰਾਮ ਜਿਹੜੀ ਹੈ ਹਾਲੇ ਰੱਬ ਨਹੀਂ ਹੋਏਗੀ ਕਿਉਂਕਿ ਸਾਰਾ ਕੰਮ ਅਸੀਂ ਜਿਹੜਾ ਹੈ ਡਾਇਗਰਾਮ ਤੋਂ ਹੀ ਕੈਲਕੂਲੇਟ ਕਰਨਾ ਹੈ। ਨਾਓ force acting on current carrying wire ਪਹਿਲਾਂ ਅਸੀਂ ਜਿਹੜੀ ਵਾਇਰ ਲਵਾਂਗੇ ਇੱਥੋਂ ਸ਼ੁਰੂ ਕਰਦੇ ਹਾਂ F1 ਤੋਂ AB। force acting on the current carrying wire AB। ਕਰੰਟ ਦੇਖੋ A ਤੋਂ ਜਿਹੜਾ ਜਾ ਰਿਹਾ ਉਹ B ਵਾਲੇ ਪਾਸੇ ਜਾ ਰਿਹਾ, ਇਹਦੇ ਉੱਪਰ ਕਿੰਨੀ ਫੋਰਸ ਐਕਟ ਕਰੇਗੀ। ਨਾਓ ਇਹਦਾ ਜਿਹੜਾ ਨੇਮ ਹੈ ਅਸੀਂ ਲਿਖਤਾ F1। ਇੱਕ ਫਾਰਮੂਲਾ ਮੈਂ ਇੱਥੇ ਲਿਖਿਆ ਸੀ I ਵੈਕਟਰ ਫਾਰਮ ਦੇ ਵਿੱਚ ਗੱਲ ਕਰੀਏ ਤੇ I L ਵੈਕਟਰ ਕ੍ਰਾਸ B ਵੈਕਟਰ। ਨਾਓ ਫੋਰਸ ਕਿਹੜੀ ਹੈ F1 ਇੱਥੇ ਲਿਖ ਦਿੱਤੀ, ਕਰੰਟ ਤੇ I ਹੀ ਰਹੇਗਾ। ਨਾਓ ਦਿਸ ਇਜ਼ ਅ ਲੈਂਥ, ਸਾਡੇ ਕੋਲ ਕਿਹੜਾ ਦੇਖੋ AB, ਇੱਥੇ ਅਸੀਂ ਜਿਹੜਾ ਲਿਖ ਦਿੱਤਾ ਹੈ AB ਵੈਕਟਰ ਕਰੰਟ ਦੀ ਡਾਇਰੈਕਸ਼ਨ ਚ, ਉਹ ਲੈਂਥ ਵੈਕਟਰ ਆਏਗਾ ਸਾਡੇ ਕੋਲ, ਕ੍ਰਾਸ ਅੱਗੇ ਆ ਗਿਆ ਸਾਡੇ ਕੋਲ B ਵੈਕਟਰ। ਆਈ ਥਿੰਕ ਤੁਹਾਨੂੰ ਇਸ ਦਾ ਕਲੀਅਰ ਹੋ ਗਿਆ। I ਦਾ I, L ਮੈਨੇ ਲੈਂਥ, ਸਾਡੀ ਲੈਂਥ ਕਿਹੜੀ ਹੈ A to B, ਜਿੱਧਰ ਨੂੰ ਕਰੰਟ ਜਾਂਦਾ ਹੈ ਉਸੇ ਡਾਇਰੈਕਸ਼ਨ 'ਚ ਤੁਰਨਾ ਹੈ A to B ਕਿਉਂਕਿ ਇਹ ਕਰੰਟ ਐਲੀਮੈਂਟ ਹੈ। AB ਵੈਕਟਰ ਕ੍ਰਾਸ ਮੈਗਨੈਟਿਕ ਫੀਲਡ ਕਿੰਨਾ ਸਾਡਾ ਹੈਗਾ B ਵੈਕਟਰ। ਨਾਓ
इस डायग्राम ਨੂੰ ਧਿਆਨ ਨਾਲ ਦੇਖੋ ਕਿ ਸਾਡੇ ਕੋਲ ਮੈਗਨੈਟਿਕ ਫੀਲਡ ਜਿਹੜਾ ਹੈ ਇਸ ਵਾਇਰ ਦੇ ਬਿਲਕੁਲ ਸਾਡੇ ਕੋਲ ਜਿਹੜਾ ਹੈ ਪਰਪੈਂਡੀਕੂਲਰ ਹੈ AB ਦੇ ਬਿਲਕੁਲ ਪਰਪੈਂਡੀਕੂਲਰ ਦੇਖੋ ਮੈਗਨੈਟਿਕ ਫੀਲਡ ਲੱਗਾ ਹੈ ਤੇ ਜੇ ਅਸੀਂ ਇਹਦਾ ਸਿਰਫ ਮੈਗਨੀਟਿਊਡ ਨਿਕਾਲਣਾ ਹੈ F1 ਦੀ ਵੈਲਿਊ ਨਿਕਾਲਣੀ ਹੈ ਤੇ I ਦਾ I what is the length of AB it is L ਅਸੀਂ ਲਿਖਿਆ ਸੀ ਕਿ AB ਦੀ ਲੈਂਥ ਕਿੰਨੀ ਹੈ L ਨਾਲ ਆ ਜਾਏਗਾ ਸਾਡੇ ਕੋਲ B ਤੇ ਕ੍ਰਾਸ ਹਟਾਉਣ ਦੇ ਨਾਲ ਸਾਡੇ ਕੋਲ ਆ ਜਾਏਗਾ sin ਥੀਟਾ ਦੀ ਜਗ੍ਹਾ ਤੇ ਸਾਡੇ ਕੋਲ ਕਿਹੜਾ ਆ ਗਿਆ 90 ਡਿਗਰੀ ਇੱਥੇ 90 ਡਿਗਰੀ ਕਿਉਂ ਆਇਆ because the angle between the length vector and the magnetic field vector is a 90 and sin 90 कितना हो जाएगा साढ़े को 1 और F1 is equal to ILB ਇਹ ਸਾਡੀ ਜਿਹੜੀ ਹੈ ਇਕੁਏਸ਼ਨ ਨੰਬਰ ਸਾਡੀ ਕਿੰਨੀ ਬਣ ਗਈ 1 because sin 90 ਕਿੰਨਾ ਆ ਗਿਆ ਸਾਡੇ ਕੋਲ 1 ਹੁਣ ਇਸ ਫੋਰਸ ਦੀ ਅਸੀਂ ਡਾਇਰੈਕਸ਼ਨ ਕੈਲਕੂਲੇਟ ਕਰਨੀ ਹੈ how to find the direction of this force ਅਸੀਂ ਪਿੱਛੇ ਵੀ ਸਟੱਡੀ ਕੀਤਾ ਸੀ ਕਿ ਫੋਰਸ ਦੀ ਡਾਇਰੈਕਸ਼ਨ ਦੱਸਣ ਵਾਸਤੇ ਫਲੇਮਿੰਗ ਲੈਫਟ ਹੈਂਡ ਰੂਲ ਹੁੰਦਾ ਹੈ ਨਾਓ ਦੇਖੋ ਕਿਸ ਤਰ੍ਹਾਂ ਲਗਾਉਣਾ ਹੈ ਆਪਣਾ ਜਿਹੜਾ ਲੈਫਟ ਹੈਂਡ ਹੈ ਮੈਂ ਦੁਬਾਰਾ ਦੱਸ ਦਿੰਦਾ ਪਿੱਛੇ ਆਰਟੀਕਲ 'ਚ ਦੱਸਿਆ ਲੈਫਟ ਹੈਂਡ ਵਿੱਚ ਫਸਟ ਫਿੰਗਰ ਇਹਨੂੰ ਤੁਸੀਂ ਮੈਗਨੈਟਿਕ ਫੀਲਡ ਵਾਲੇ ਪਾਸੇ ਰੱਖਣਾ ਹੈ ਲਾਈਕ ਦਿਸ ਫਸਟ ਫਿੰਗਰ ਮੈਗਨੈਟਿਕ ਫੀਲਡ ਵਾਲੇ ਪਾਸੇ ਆ ਗਈ ਉਸ ਤੋਂ ਬਾਅਦ ਜਿਹੜੀ ਹੈ ਸੈਂਟਰਲ ਫਿੰਗਰ ਹੈ ਇਹਨੂੰ ਕਰੰਟ ਦੀ ਡਾਇਰੈਕਸ਼ਨ 'ਚ ਰੱਖਣਾ ਹੈ ਕਰੰਟ ਤੇ ਨੀਚੇ ਨੂੰ ਜਾ ਰਿਹਾ ਹੈ ਵੀ ਵਿਲ ਪਲੇਸ ਲਾਈਕ ਦਿਸ ਦੇਖੋ ਪਹਿਲੀ ਫਿੰਗਰ ਫਸਟ ਫਿੰਗਰ ਮੈਗਨੈਟਿਕ ਫੀਲਡ ਵਾਲੇ ਪਾਸੇ ਹੀ ਹੈ ਉਸ ਤੋਂ ਬਾਅਦ ਇਹ ਸੈਂਟਰਲ ਫਿੰਗਰ ਮੇਰੀ ਕਰੰਟ ਵਾਲੇ ਪਾਸੇ then that thumb will give the direction of the force ਇਸ ਫੋਰਸ ਦੀ ਡਾਇਰੈਕਸ਼ਨ ਮੇਰੇ ਬਲੈਕ ਬੋਰਡ ਦੇ ਪਰਪੈਂਡੀਕੂਲਰ ਆਊਟਵਰਡ ਕਹਿਣ ਦਾ ਮਤਲਬ ਹੈ ਤੁਹਾਡੀ ਕਾਪੀ ਦੇ ਪਰਪੈਂਡੀਕੂਲਰ ਆਊਟਵਰਡ ਆਏਗੀ ਤੇ ਇਹਨੂੰ ਅਸੀਂ ਕਿਸ ਤਰ੍ਹਾਂ ਸ਼ੋ ਕੀਤਾ ਲਾਈਕ ਦਿਸ ਇਹਦਾ ਮਤਲਬ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਮਤਲਬ ਹੈ ਕਿ ਬਾਹਰ ਨੂੰ ਤੇ ਜਿਹੜੀ ਫੋਰਸ ਅਸੀਂ ਇਸ ਤਰ੍ਹਾਂ ਵਾਵਾਂਗੇ ਇਸ ਤਰ੍ਹਾਂ ਕਰਕੇ ਉਹ ਹੈ ਪਰਪੈਂਡੀਕੂਲਰ ਇਨਵਰਡ ਜਿਹੜੀ ਚੀਜ਼ ਹੈ ਇਹਦਾ ਮਤਲਬ ਹੈ ਬਲੈਕ ਬੋਰਡ ਦੇ ਅੰਦਰ ਤੇ ਜਦੋਂ ਅਸੀਂ ਇਸ ਤਰ੍ਹਾਂ ਡਰਾ ਕਰਦੇ ਹਾਂ ਇਹਦਾ ਮਤਲਬ ਹੈ ਪਰਪੈਂਡੀਕੂਲਰ ਆਊਟਵਰਡ ਇਹ ਸਾਡੀ ਫੋਰਸ ਦੀ ਡਾਇਰੈਕਸ਼ਨ ਹੈ ਨਾਲ ਹੀ ਅਸੀਂ ਲਿਖਾਂਗੇ F1 is perpendicular to the plane of coil ਦੇ ਬਿਲਕੁਲ perpendicular ਨਾਲ ਕਿੱਧਰ ਹੈ directed outward ਬਿਲਕੁਲ ਤੁਹਾਡੀ ਜਿਹੜੀ ਹੈ ਫੋਰਸ ਹੈ directed outward coil ਦੇ plane ਦੇ perpendicular ਹੈ ਤੇ ਨਾਲੇ ਹੈ ਕਿੱਧਰ ਹੈ ਆਊਟਵਰਡ ਇਹ ਚੀਜ਼ ਅਸੀਂ ਜ਼ਰੂਰ ਲਿਖਣੀ ਹੈ ਉੱਥੇ ਕਿਉਂਕਿ ਟਾਰਕ ਇਸ ਤੋਂ ਬਗੈਰ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ ਨਾਓ ਦਿਸ ਇਜ਼ ਦਾ ਇਕੁਏਸ਼ਨ ਨੰਬਰ 1 ਨਾਓ ਇਹ ਤੁਸੀਂ ਇਸ ਤੱਕ ਨੋਟ ਕਰੋ ਨਾਓ ਫੋਰਸ ਐਕਟਿੰਗ ਔਨ ਦਾ ਕਰੰਟ ਕੈਰਿੰਗ ਵਾਇਰ ਪਹਿਲਾਂ ABC ਹੁਣ ਮੈਂ ਇਹ ਵਾਲੀ ਵਾਇਰ ਲੈਣ ਲੱਗਾ CD ਜਿਹੜੀ CD ਵਾਇਰ ਹੈ ਸਾਡੀ C ਤੋਂ D ਕਰੰਟ ਜਾ ਰਿਹਾ ਦੇਖੋ ਇਹਦੇ ਵਿੱਚ ਵੈਕਟਰ ਪਾਣਾ ਵੈਕਟਰ ਵੀ ਪਾ ਸਕਦੇ ਹਾਂ ਕਿਉਂਕਿ ਕਰੰਟ ਕੈਰਿੰਗ ਵਾਇਰ ਹੈ ਇਹਦੇ ਵਿੱਚ ਅਸੀਂ ਹੁਣ ਫੋਰਸ ਨਿਕਾਲਣੀ ਹੈ ਹੁਣ ਧਿਆਨ ਨਾਲ ਦੇਖੋ ਇਹ ਦੋਨੋਂ ਵਾਇਰਸ ਇੱਕ ਦੂਸਰੇ ਦੇ ਪੈਰਲਲ ਨੇ ਜੇ ਇਹਦੀ ਲੈਂਥ L ਹੈ ਤੇ ਇਹਦੀ ਵੀ ਲੈਂਥ ਜਿਹੜੀ L ਹੋਏਗੀ ਮੈਗਨੈਟਿਕ ਫੀਲਡ ਜੇ ਇਹਦੇ ਪਰਪੈਂਡੀਕੂਲਰ ਆ ਰਿਹਾ ਤੇ ਮੈਗਨੈਟਿਕ ਫੀਲਡ ਸਾਡਾ ਜਿਹੜਾ ਹੈ CD ਵਾਇਰ ਦੇ ਵੀ ਜਿਹੜਾ ਹੈ ਉਹ ਪਰਪੈਂਡੀਕੂਲਰ ਆਏਗਾ ਇਸ ਫੋਰਸ ਦਾ ਜਿਹੜਾ ਅਸੀਂ ਨਾਮ ਕੀ ਰੱਖ ਦਿੱਤਾ ਹੈ F2 ਆਮੋ ਸਾਹਮਣੇ ਵਾਲੇ ਦੇ ਇਕੱਠੇ ਕਰ ਲਏ F1 ਤੇ F2 ਨਾਓ ਫੋਰਸ ਐਕਟਿੰਗ ਔਨ ਅ ਕਰੰਟ ਕੈਰਿੰਗ ਵਾਇਰ CD ਇਹਦਾ ਨਾਮ ਅਸੀਂ ਰੱਖ ਦਿੱਤਾ F2 I ਇੱਥੇ ਕੀ ਆਏਗਾ ਸੋਚ ਕੇ ਦੱਸੋ ਇੱਥੇ ਲੈਂਥ ਆਏਗੀ C ਤੋਂ D ਇੱਥੇ ਆ ਜਾਏਗਾ ਸਾਡੇ ਕੋਲ CD ਵੈਕਟਰ ਕ੍ਰਾਸ B ਨਾਓ ਹੇਅਰ ਵਿਲ ਬੀ ਦਾ F2 ਜਦੋਂ ਅਸੀਂ ਮੈਗਨੀਟਿਊਡ ਨਿਕਾਲਾਂਗੇ I ਦਾ I CD ਦੀ ਲੈਂਥ ਕਿੰਨੀ ਹੈ it is also equal to L ਨਾਲ ਆ ਗਿਆ B sin 90 it is again equal to ILB ਇਹ ਸਾਡੇ ਕੋਲ ਜਿਹੜਾ ਹੈ ਇਕੁਏਸ਼ਨ ਨੰਬਰ ਤੁਹਾਡੇ ਕੋਲ ਕਿੰਨੀ ਬਣ ਗਈ 2 ਤੇ ਇਹਦੀ ਵੀ ਡਾਇਰੈਕਸ਼ਨ ਦੇਖੀਏ ਆਓ ਇਹਦੀ ਪਹਿਲਾਂ ਡਾਇਰੈਕਸ਼ਨ ਅਸੀਂ ਕੈਲਕੂਲੇਟ ਕਰਦੇ ਹਾਂ ਨਾਓ magnetic field is along this side ਫਿਰ ਦੇਖੋ ਫਸਟ ਫਿੰਗਰ ਮੈਗਨੈਟਿਕ ਫੀਲਡ ਵਾਲੇ ਪਾਸੇ
ਜਿਹੜੀ ਆ ਫਿੰਗਰ ਹੈ ਪਹਿਲਾਂ ਨੀਚੇ ਰੱਖੀ ਸੀ, ਦੇਖੋ ਇਹਦੇ ਵਾਸਤੇ ਮੈਂ ਨੀਚੇ ਕਿਉਂ ਰੱਖੀ ਸੀ, ਕਰੰਟ ਨੀਚੇ ਹੈ, ਪਰ ਹੁਣ ਤੇ ਕਰੰਟ ਉੱਪਰ ਨੂੰ ਜਾ ਰਿਹਾ ਹੈ। ਇਹਦਾ ਮਤਲਬ ਹੈ ਕਿ ਹੈਂਡ ਨੂੰ ਅਸੀਂ ਇਸ ਤਰ੍ਹਾਂ ਮੂਵ ਕਰਾਂਗੇ। ਆਹ ਦੇਖੋ ਫਿੰਗਰ ਉੱਥੇ ਹੀ ਗਈ, ਮੈਗਨੈਟਿਕ ਫੀਲਡ ਵਾਲੇ ਪਾਸੇ ਹੀ ਹੈ, ਆਹ ਕਰੰਟ ਵਾਲੇ ਪਾਸੇ। ਤੇ ਥੰਬ ਦੇਖੋ ਕਿੱਧਰ ਗਿਆ, ਥੰਬ ਇਜ਼ ਪਰਪੈਂਡੀਕੂਲਰ ਟੂ ਦਾ ਪਲੇਨ ਡਾਇਰੈਕਟਡ ਇਨਵਰਡ। ਇਹਦਾ ਮਤਲਬ ਫੋਰਸ ਜਿਹੜੀ ਹੈ ਆਏਗੀ ਦੀ ਪਲੇਨ ਦੇ ਕੋਇਲ ਦੇ ਪਰਪੈਂਡੀਕੂਲਰ, ਬਟ ਇਟ ਵਿਲ ਬੀ ਡਾਇਰੈਕਟਡ ਇਨਵਰਡ। ਇਹ ਅੰਦਰ ਵਾਲੇ ਪਾਸੇ ਜਿਹੜੀ ਹੈ ਉਹ ਫੋਰਸ ਹੋਏਗੀ। ਇਹਨੂੰ ਸ਼ੋ ਕਰਨ ਦਾ ਤਰੀਕਾ ਹੈ ਲਾਈਕ ਦਿਸ, ਇੱਥੋਂ ਤੁਸੀਂ ਅੰਦਰ ਨੂੰ ਆਪਾਂ ਨੂੰ ਸ਼ੋ ਕਰ ਦਿੱਤਾ। ਆਈ ਥਿੰਕ ਕਿ ਤੁਹਾਨੂੰ F1 ਤੇ F2 ਤੱਕ ਜਿਹੜੀ ਹੈ ਫੋਰਸਿਸ ਬਾਰੇ ਤੁਹਾਨੂੰ ਕਲੀਅਰ ਹੋ ਗਿਆ। ਇੱਕ F1, ਇੱਕ ਤੁਹਾਡੇ ਕੋਲ ਆ ਗਈ F2, ਇੱਕ ਡਾਇਰੈਕਟਡ ਆਊਟਵਰਡ, ਇੱਕ ਡਾਇਰੈਕਟਡ ਕਿੱਧਰ ਆ ਗਈ ਤੁਹਾਡੇ ਕੋਲ ਇਨਵਰਡ। ਨਾਓ ਇਹਨਾਂ ਦੋਨਾਂ ਫੋਰਸਿਸ ਨੂੰ ਜਿਹੜਾ ਧਿਆਨ ਨਾਲ ਦੇਖੋ, ਦੋਨਾਂ ਫੋਰਸਿਸ ਦਾ ਜਿਹੜਾ ਲਾਈਨ ਆਫ ਐਕਸ਼ਨ ਜਿਹੜਾ ਹੈ ਇਟ ਇਜ਼ ਡਿਫਰੈਂਟ। ਦੋਨਾਂ ਦਾ ਲਾਈਨ ਆਫ ਐਕਸ਼ਨ ਜਿਹੜਾ ਹੈ ਉਹ ਡਿਫਰੈਂਟ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਸ਼ੋ ਕਰਕੇ ਦਿਖਾਣਾ ਹੈ। ਆ ਦੇਖੋ, ਮੰਨ ਲਓ ਕਿ ਇਹ ਸਾਡੇ ਕੋਲ ਰੈਕਟੈਂਗੂਲਰ ਸ਼ੇਪਡ ਕੋਇਲ ਹੈ, ਕੋਈ ਅਸੀਂ ਕੋਇਲ ਲੈ ਲਿਆ ਰੈਕਟੈਂਗੂਲਰ ਸ਼ੇਪਡ। ਇਹ ਹੈਗੀ ਸਾਡੀ ਵਾਇਰ AB, ਆ ਵਾਲੀ ਹੋ ਗਈ, ਇਹ ਵਾਇਰ ਹੋ ਗਈ ਸਾਡੀ CD। ਇਹ ਦੋ ਪੈਰਲਲ ਵਾਇਰ ਬਾਰੇ ਮੈਂ ਗੱਲ ਕਰ ਰਿਹਾ, ਇਹਨਾਂ ਬਾਰੇ ਹਾਲੇ ਗੱਲ ਨਹੀਂ ਕਰ ਰਿਹਾ। ਇੱਕ ਫੋਰਸ ਲੱਗੀ ਪਰਪੈਂਡੀਕੂਲਰ ਆਊਟਵਰਡ, ਇੱਕ ਫੋਰਸ ਲੱਗੀ ਪਰਪੈਂਡੀਕੂਲਰ ਇਨਵਰਡ। ਜਿਹੜੀ ਪਹਿਲੀ ਫੋਰਸ ਹੈ ਉਹਦੀ ਡਾਇਰੈਕਸ਼ਨ ਇਜ਼ ਅਲੋਂਗ ਦਿਸ ਸਾਈਡ। ਇਹਨੂੰ ਅਸੀਂ ਜੇ ਸ਼ੋ ਕਰਨਾ ਹੈ, ਅਸੀਂ ਇਸ ਤਰ੍ਹਾਂ ਸ਼ੋ ਕਰ ਸਕਦੇ ਹਾਂ ਕਿ ਆਹ ਫੋਰਸ ਜਿਹੜੀ F1 ਹੈ ਇਜ਼ ਅਲੋਂਗ ਦਿਸ ਸਾਈਡ, ਕੋਇਲ ਦੇ ਪਲੇਨ ਦੇ ਪਰਪੈਂਡੀਕੂਲਰ ਆਊਟਵਰਡ। ਦੂਜੀ ਫੋਰਸ ਇਜ਼ ਅਲੋਂਗ ਦਿਸ ਸਾਈਡ ਪਰਪੈਂਡੀਕੂਲਰ ਇਨਵਰਡ। ਇਹਨਾਂ ਦੋਨਾਂ ਦਾ ਦੇਖੋ ਲਾਈਨ ਆਫ ਐਕਸ਼ਨ ਡਿਫਰੈਂਟ ਹੈ। ਇੱਕ ਇੱਥੇ ਲੱਗੀ ਹੈ ਤੇ ਦੂਸਰੀ ਇੱਥੇ ਲੱਗੀ ਹੈ। ਦੋਨਾਂ ਦਾ ਲਾਈਨ ਆਫ ਐਕਸ਼ਨ ਕੀ ਹੈਗਾ, ਡਿਫਰੈਂਟ। ਦੋਨਾਂ ਦੀ ਵੈਲਿਊ ਦੇਖੋ ਸੇਮ ਹੈ। ਪਹਿਲੀ ਫੋਰਸ ਜਿਹੜੀ ਮੈਂ ਕੁਐਸਚਨ ਰਬ ਕਰ ਦਿੱਤੀ ਉਹ ਵੀ ILB, ਇਹਦੀ ਵੈਲਿਊ ਵੀ ਕਿੰਨੀ ਹੈ, ILB। ਇਹਦਾ ਮਤਲਬ ਇਹ ਦੋਨੋਂ ਫੋਰਸਿਸ F1 ਤੇ F2 ਦੇ ਆਰ ਇਕੁਅਲ। ਇਹ ਦੋਨੋਂ ਫੋਰਸਿਸ ਇਕੁਅਲ ਨੇ। ਦੂਜੀ ਗੱਲ, ਦੇ ਆਰ ਆਪੋजिट। ਆਪੋजिट ਕਿਉਂ, ਇੱਕ ਆਊਟਵਰਡ, ਦੂਸਰੀ ਕਿੱਧਰ ਹੈ ਤੁਹਾਡੀ ਇਨਵਰਡ। ਦੋਨੋਂ ਫੋਰਸਿਸ ਇਕੁਅਲ ਵੀ ਨੇ, ਦੋਨੋਂ ਫੋਰਸਿਸ ਜਿਹੜੀਆਂ ਨੇ ਇੱਕ ਦੂਸਰੇ ਦੇ ਆਪੋजिट ਵੀ ਨੇ। ਪਰ ਤੀਸਰੀ ਜਿਹੜੀ ਹੈ, ਜਿਹੜੀ ਮੇਨ ਸ਼ਰਤ ਉਹ ਕਿਹੜੀ ਹੈ, ਇਹਨਾਂ ਦਾ ਲਾਈਨ ਆਫ ਐਕਸ਼ਨ ਦੇਖੋ ਡਿਫਰੈਂਟ ਹੈ। ਇੱਕ ਇਧਰ ਨੂੰ ਅੰਦਰ ਨੂੰ ਬਾਹਰ ਨੂੰ ਹੈ, ਇੱਕ ਇਧਰ ਨੂੰ ਹੈ। ਦੋਨਾਂ ਦਾ ਲਾਈਨ ਆਫ ਐਕਸ਼ਨ ਜਿਹੜਾ ਹੈ ਡਿਫਰੈਂਟ ਹੈ। ਇਸ ਕਰਕੇ ਇਹ ਦੋਨੋਂ ਫੋਰਸਿਸ ਜਿਹੜੀਆਂ ਨੇ ਦੇ ਕੰਸਟੀਟਿਊਟ ਕਪਲ, ਇਹ ਬਣਾਉਣਗੀਆਂ ਕਪਲ। ਕਪਲ ਦੀ ਕੰਡੀਸ਼ਨ ਦੋ ਫੋਰਸਿਸ ਚਾਹੀਦੀਆਂ ਨੇ, ਦੋਨਾਂ ਦਾ ਲਾਈਨ ਆਫ ਐਕਸ਼ਨ ਡਿਫਰੈਂਟ ਹੋਣਾ ਚਾਹੀਦਾ ਹੈ ਤੇ ਦੋਨੋਂ ਫੋਰਸਿਸ ਜਿਹੜੀਆਂ ਨੇ ਇੱਕ ਦੂਸਰੇ ਦੇ ਆਪੋजिट ਹੋਣੀਆਂ ਚਾਹੀਦੀਆਂ ਨੇ। ਫਿਰ ਸਾਡਾ ਜਿਹੜਾ ਹੈ ਉਹ ਕਪਲ ਬਣਦਾ ਹੈ। ਜਿਸ ਤਰ੍ਹਾਂ ਦੇਖੋ, ਮੰਨ ਲਓ ਵੀ ਆ ਕੋਇਲ ਹੈ, ਇੱਕ ਫੋਰਸ ਉੱਪਰ ਨੂੰ, ਮੈਂ ਥੱਲੋਂ ਤਾਂ ਨੂੰ ਕਹਾਂਗਾ ਉੱਪਰ ਨੂੰ, ਦੂਜੀ ਇਨਵਰਡ ਹੈ। ਤੇ ਜਦੋਂ ਇੱਕ ਉੱਪਰ ਲੱਗੇਗੀ ਦੂਸਰੀ ਇਨਵਰਡ ਲੱਗੇਗੀ ਤੇ ਕੀ ਹੋਏਗਾ, ਕੋਇਲ ਇੱਕਦਮ ਜਿਹੜਾ ਹੈ ਉਹ ਰੋਟੇਟ ਕਰਨਾ ਸ਼ੁਰੂ ਕਰੇਗਾ। ਦੇਖੋ ਇਸ ਤਰ੍ਹਾਂ, ਜੇ ਅਸੀਂ ਇਹਨੂੰ ਪਕੜਿਆ, ਇੱਕ ਇਧਰੋਂ ਲਗਾਈਏ ਨੀਚੇ ਨੂੰ, ਇੱਕ ਇਧਰੋਂ ਲਗਾ ਦਈਏ ਉੱਪਰ ਨੂੰ, then what will happen, the coil will turn, ਉਹ ਰੋਟੇਟ ਕਰੇਗਾ। ਇਹਦਾ ਮਤਲਬ ਇਹ ਦੋਨੋਂ ਫੋਰਸਿਸ ਨੇ F1 ਤੇ F2 ਜਿਹੜੀਆਂ ਰਿਸਪੌਂਸਿਬਲ ਨੇ ਕੋਇਲ ਨੂੰ ਰੋਟੇਟ ਕਰਨ ਦੇ ਲਈ, ਬਿਕੋਜ਼ ਦੇ ਕੰਸਟੀਟਿਊਟ ਕਪਲ। ਆਈ ਥਿੰਕ ਕਿ ਤੁਹਾਨੂੰ ਕਲੀਅਰ ਹੋ ਗਿਆ ਕੋਇਲ ਕਿਉਂ ਰੋਟੇਟ ਕਰੇਗਾ, ਕਪਲ ਬਣਿਆ। ਨਾਓ ਹੁਣ ਇਹਨਾਂ ਬਾਰੇ ਵੀ ਅਸੀਂ ਜਿਹੜੀ ਹੈ ਗੱਲ ਕਰੀਏ ਕਿ ਇਹਨਾਂ ਦਾ ਕੀ ਰੋਲ ਹੈ F3 ਤੇ F4 ਬਾਰੇ। ਨਾਓ ਫੋਰਸ ਐਕਟਿੰਗ ਔਨ ਦਾ ਕੋਇਲ, ਸਭ ਨਾਲ ਪਹਿਲਾਂ ਅਸੀਂ ਜਿਹੜੀ ਹੈ ਫੋਰਸ ਅਸੀਂ ਦੇਖਦੇ ਹਾਂ BC ਦੇ ਉੱਪਰ। ਨਾਓ ਸੌਰੀ ਪਹਿਲਾਂ ਦੇਖ ਲੈਂਦੇ ਹਾਂ ਅਸੀਂ, ਜਾਂ ਤੁਸੀਂ ਕਰੋ ਇੱਥੇ ਜਿਹੜਾ ਹੈ F4 ਕਰ ਲਓ ਤੇ ਇੱਥੇ ਮੈਂ F3 ਕਰ ਦੇਣਾ। ਪਹਿਲਾਂ ਅਸੀਂ ਫੋਰਸ ਲੈਣ ਲੱਗੇ ਹਾਂ BC ਦੇ ਉੱਪਰ, ਇਹਨੂੰ ਮੈਂ F4 ਕਰ ਦਿੱਤਾ ਹੈ। ਡਾਇਗਰਾਮ ਵਿੱਚ ਤੁਸੀਂ ਚੇਂਜ ਵੀ ਕਰ ਸਕਦੇ ਹੋ, ਇੱਥੇ F3 ਕਰ ਲਓ, ਉੱਪਰ F4। ਨਾਓ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਆਹ ਵਾਲੀ ਫੋਰਸ BC, ਇਹਦੇ ਉੱਪਰ ਕਿਸ ਤਰ੍ਹਾਂ ਫੋਰਸ ਨਿਕਾਲਾਂਗੇ। ਇਹਦਾ ਨਾਮ ਅਸੀਂ ਰੱਖ ਦਿੱਤਾ ਹੈ F3। ਨਾਓ ਦਿਸ ਇਜ਼ ਦਾ F3 ਫੋਰਸ। I ਦਾ I ਅੱਗੇ ਆ ਜਾਏਗਾ ਇਕੁਅਲ,
ਨਾਓ CD ਦੀ ਜਗ੍ਹਾ ਤੇ ਕੀ ਆਏਗਾ ਸਾਡੇ ਕੋਲ, ਕਿਹੜੀ ਕਰੰਟ ਕੈਰਿੰਗ ਵਾਇਰ ਹੈ, here will be the BC vector, cross ਕਿੰਨਾ ਆਏਗਾ ਸਾਡੇ ਕੋਲ B vector। ਨਾਓ ਅਗੇਨ ਜੇ ਇਹਦਾ ਮੈਗਨੀਟਿਊਡ ਕੱਢਣਾ ਹੈ ਤੇ ਸਾਡੇ ਕੋਲ ਆਏਗਾ F3, ਇੱਥੇ ਆ ਜਾਏਗਾ F3, I ਦਾ I, what is BC, B ਤੋਂ ਲੈ ਕੇ C ਤੱਕ ਇਹਦੀ ਬ੍ਰੈਡਥ ਆਏਗੀ। ਹੁਣ L ਨਹੀਂ ਆਏਗਾ, ਇਹਦੀ ਜਗ੍ਹਾ ਤੇ ਸਾਡੇ ਕੋਲ ਆਏਗੀ ਇਹਦੀ ਬ੍ਰੈਡਥ B, ਅੱਗੇ ਮੈਗਨੈਟਿਕ ਫੀਲਡ B ਆ ਗਿਆ। ਨਾਓ ਅੱਗੇ ਤੇ ਐਂਗਲ 90 ਚੱਲਦਾ ਸੀ ਕਿਉਂਕਿ ਆ ਵਾਇਰ ਤੇ ਆ ਵਾਇਰ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਸੀਗੀਆਂ, ਪਰ ਹੁਣ ਜਿਹੜਾ ਹੈ ਵਾਇਰ ਵਿੱਚ ਦੇਖੋ ਕਰੰਟ ਕੈਰਿੰਗ ਵਾਇਰ ਤੇ ਮੈਗਨੈਟਿਕ ਫੀਲਡ ਵਿੱਚ ਐਂਗਲ ਕਿੰਨਾ ਬਣਦਾ, ਦੇਖੋ ਥੀਟਾ, ਇੱਥੇ ਸਾਡੇ ਕੋਲ ਐਂਗਲ ਆਏਗਾ ਥੀਟਾ। ਐਂਡ ਦਿਸ ਇਜ਼ ਦਾ ਇਕੁਏਸ਼ਨ ਨੰਬਰ 3। ਇਹ ਸਾਡੀ ਜਿਹੜੀ ਹੈ 3 ਨੰਬਰ ਜਿਹੜੀ ਹੈ ਸਾਡੇ ਕੋਲ ਆਏਗੀ ਇਕੁਏਸ਼ਨ IBB sin ਥੀਟਾ। ਇੱਥੇ sin 90 ਨਹੀਂ ਬਣੇਗਾ, sin 90 ਦੇਖੋ ਇਹਦੇ ਅਕੋਰਡਿੰਗ ਹੈ, ਇਹ ਕੋਇਲ ਦੇ ਅਕੋਰਡਿੰਗ ਐਂਗਲ ਕਿੰਨਾ ਆ ਰਿਹਾ ਥੀਟਾ। ਵਾਟ ਇਜ਼ ਥੀਟਾ? ਥੀਟਾ ਇਜ਼ ਦਾ ਐਂਗਲ which the plane of the coil makes with magnetic field। ਆ ਦੇਖੋ ਆ ਜੇ ਐਂਗਲ ਥੀਟਾ, ਇਸ ਤਰ੍ਹਾਂ ਮੈਗਨੈਟਿਕ ਫੀਲਡ ਆ ਰਿਹਾ, ਆ ਪਲੇਨ ਤੇ ਆ ਜਿਹੜਾ ਹੈ ਮੈਗਨੈਟਿਕ ਫੀਲਡ, ਆ ਵਾਲਾ ਜਿਹੜਾ ਐਂਗਲ ਹੈ ਨਾ ਪਲੇਨ ਤੇ ਮੈਗਨੈਟਿਕ ਫੀਲਡ ਵਾਲਾ ਜਿਹੜਾ ਐਂਗਲ ਹੈ that is the theta। ਨਾਓ ਇਸ ਤੋਂ ਬਾਅਦ ਇਹਦੀ ਦੇਖਦੇ ਆਪਾਂ ਹੁਣ ਡਾਇਰੈਕਸ਼ਨ। ਇਧਰ ਦੇਖੋ ਇਹਦੀ ਡਾਇਰੈਕਸ਼ਨ ਲਿਖਣੀ ਹੈ ਜਿਸ ਤਰ੍ਹਾਂ ਲਿਖੀ ਸੀ, ਮੈਗਨੈਟਿਕ ਫੀਲਡ ਫਸਟ ਫਿੰਗਰ ਦੇ ਨਾਲ, ਰੂਲ ਕਿਹੜਾ ਹੈ ਫਲੈਮਿੰਗ ਲੈਫਟ, ਮੈਗਨੈਟਿਕ ਫੀਲਡ ਇਜ਼ ਅਲੋਂਗ ਦਿਸ ਸਾਈਡ। ਕਰੰਟ ਦੇਖੋ ਹੁਣ ਤੁਹਾਡਾ ਅਲੋਂਗ ਦਿਸ ਸਾਈਡ, ਕਰੰਟ ਹੈਗਾ B ਤੋਂ C, ਇਹਦਾ ਮਤਲਬ ਹੈ ਬੜੇ ਧਿਆਨ ਦੇ ਨਾਲ ਸਾਨੂੰ ਰੱਖਣਾ ਪਏਗਾ। ਦੇਖੋ ਮੈਗਨੈਟਿਕ ਫੀਲਡ ਉਧਰ ਹੀ ਹੈ ਤੇ ਕਰੰਟ ਕੈਰਿੰਗ ਵਾਇਰ ਨੂੰ ਮੈਂ ਜਿੱਧਰ ਨੂੰ ਕਰੰਟ ਹੈ ਉਧਰ ਨੂੰ ਫਿੰਗਰ ਰੱਖੀ ਤੇ ਆ ਜਿਹੜਾ ਮੇਰਾ ਥੰਬ ਹੈ ਇਟ ਵਿਲ ਬੀ ਡਾਊਨਵਰਡ, ਇਹ ਇੱਕਦਮ ਡਾਊਨਵਰਡ ਆਇਆ ਤੇ ਆ ਦੇਖੋ ਜਿਹੜੀ ਆ ਅਸੀਂ ਫੋਰਸ F3 ਨੂੰ ਸ਼ੋ ਕੀਤਾ। ਫਿਰ ਦੇਖੋ ਮੈਗਨੈਟਿਕ ਫੀਲਡ ਤੇ ਇਹ ਸਾਡੀ ਕਰੰਟ ਵਾਲੇ ਪਾਸੇ ਤੇ ਇਹ ਸਾਡੇ ਜਿਹੜੀ ਹੈ ਉਹ ਫਿੰਗਰ ਕਿੱਧਰ ਆਏਗੀ ਤੁਹਾਡੇ ਕੋਲ ਡਾਊਨਵਰਡ। ਐਕਚੁਅਲੀ ਇਹ ਜਿਹੜਾ ਕੋਇਲ ਹੈ ਉਹ ਇਸ ਤਰ੍ਹਾਂ ਪਿਆ ਹੈ ਲਾਈਕ ਦਿਸ, ਇਹ ਬਲੈਕ ਬੋਰਡ ਤੇ ਲੱਗਦਾ ਇਸ ਤਰ੍ਹਾਂ, ਜਿਹੜੀ ਕਿ ਹੈ ਪਿੱਛੇ ਨੂੰ ਹੈ ਲਾਈਕ ਦਿਸ, ਤੇ ਤੁਹਾਡੇ ਕੋਲ ਜਿਹੜਾ ਹੈ ਇਹ ਕਿੱਧਰ ਆਏਗੀ ਤੁਹਾਡੇ ਕੋਲ ਡਾਊਨਵਰਡ। ਇੱਥੇ ਲਿਖਾਂਗੇ F2 is not perpendicular, ਇੱਥੇ ਬਿਲਕੁਲ ਪਲੇਨ ਆਫ ਦਾ ਕੋਇਲ ਹੈ। ਮੰਨ ਲਓ ਆ ਕੋਇਲ ਹੈ, ਆ ਸਾਡਾ ਕੋਇਲ ਤੇ ਫੋਰਸ ਇਜ਼ ਲਾਈਕ ਦਿਸ, ਬਿਲਕੁਲ ਡਾਊਨਵਰਡ ਹੈਗੀ ਪਲੇਨ ਚ ਹੈ, ਇਸ ਤਰ੍ਹਾਂ ਨਹੀਂ, ਇਹ ਹੈਗਾ ਪਰਪੈਂਡੀਕੂਲਰ ਟੂ ਦਾ ਕੋਇਲ। ਇਹ ਵਾਲੀ ਫੋਰਸ ਕੀ ਹੈ ਇਨ ਦਾ ਪਲੇਨ ਆਫ ਦਾ ਕੋਇਲ ਡਾਇਰੈਕਟਡ ਡਾਊਨਵਰਡ, in the plane of the coil F2 is in the plane of coil directed, directed ਕਿਧਰ ਨੂੰ ਹੈ ਸਾਡੇ ਕੋਲ ਲਿਖਾਂਗੇ ਅਸੀਂ ਡਾਊਨਵਰਡ, ਇਹ ਫੋਰਸ ਹੈਗੀ ਹੈ ਤੁਹਾਡੇ ਕੋਲ ਡਾਇਰੈਕਟਡ ਡਾਊਨਵਰਡ, ਬਿਲਕੁਲ ਨੀਚੇ ਨੂੰ ਆ ਗਈ। ਸਿਮਿਲਰਲੀ ਜੇ ਅਸੀਂ ਹੁਣ ਫੋਰਸ ਨਿਕਾਲਣੀ ਹੈ, ਇਸ ਤੋਂ ਬਾਅਦ ਸਾਡੀ ਫੋਰਸ ਕਿਹਦੇ ਉੱਤੇ ਆਏਗੀ, ਫੋਰਸ ਐਕਟਿੰਗ ਔਨ ਕਿਹੜਾ ਆਏਗਾ, ਦੇਖੋ AD ਪੜੋਗੇ ਕਿ DA, ਇਹਨੂੰ ਅਸੀਂ ਪੜਾਂਗੇ DA ਵੈਕਟਰ ਕਿਉਂਕਿ ਕਰੰਟ ਦੀ ਡਾਇਰੈਕਸ਼ਨ ਚ ਚੱਲਣਾ ਹੈ DA, ਤੇ ਸਾਡੇ ਕੋਲ ਇੱਥੇ ਜਿਹੜਾ ਹੈ ਸਾਡੇ ਕੋਲ DA ਆ ਜਾਏਗਾ, ਇੱਥੇ ਸਾਡੇ ਕੋਲ F ਜਿਹੜਾ ਹੈ ਉਹ 4 ਆ ਜਾਏਗਾ, ਬਾਕੀ ਸਾਰਾ ਜਿਹੜਾ ਹੈ ਉਹ ਸੇਮ ਰਹੇਗਾ। ਬਟ ਇੱਥੇ ਜਿਹੜਾ ਹੈ ਦੇਖੋ ਧਿਆਨ ਨਾਲ ਐਂਗਲ 180 ਮਾਈਨਸ ਥੀਟਾ, ਕਿਉਂ ਕਰੰਟ ਇਧਰ ਨੂੰ ਆ ਤੇ ਮੈਗਨੈਟਿਕ ਫੀਲਡ ਇਧਰ ਨੂੰ ਆ ਐਂਗਲ ਬਣਦਾ ਹੈ। ਜਿਸ ਤਰ੍ਹਾਂ ਕਰੰਟ ਇਧਰ ਸੀ, ਇਹ ਦੇਖੋ ਕਰੰਟ ਇਧਰ ਨੂੰ ਹੈ, ਮੈਗਨੈਟਿਕ ਫੀਲਡ ਇਧਰ ਤੇ ਆ ਐਂਗਲ ਹੈ, ਕਰੰਟ ਸਾਡਾ ਇਸ ਡਾਇਰੈਕਸ਼ਨ ਚ ਹੈ, ਮੈਗਨੈਟਿਕ ਫੀਲਡ ਇਧਰ ਹੈ ਤੇ ਸਾਡਾ ਐਂਗਲ ਬਣੇਗਾ 180 ਮਾਈਨਸ ਥੀਟਾ। ਤੇ sin 180 ਮਾਈਨਸ ਥੀਟਾ ਦੀ ਜਿਹੜੀ ਵੈਲਿਊ ਹੈ ਉਹ ਸਭ ਨੂੰ ਪਤਾ ਹੈ, ਅਗੇਨ ਕਿੰਨੀ ਹੁੰਦੀ ਹੈ sin 180 ਮਾਈਨਸ ਥੀਟਾ, ਕਿੰਨਾ ਹੁੰਦਾ ਹੈ sin ਥੀਟਾ। ਦਿਸ ਇਜ਼ ਦਾ ਇਕੁਏਸ਼ਨ ਨੰਬਰ 4। ਜੇ ਇਹਦੀ ਡਾਇਰੈਕਸ਼ਨ ਅਸੀਂ ਦੇਖਾਂਗੇ ਇਕੁਏਸ਼ਨ ਨੰਬਰ 4 F4 ਦੀ ਡਾਇਰੈਕਸ਼ਨ ਦੇਖਾਂਗੇ ਪਲੇਨ ਆਫ ਦਾ ਕੋਇਲ ਤੇ ਆ ਆਏਗੀ ਡਾਇਰੈਕਟਡ ਅਪਵਰਡ, ਇਹ ਬਿਲਕੁਲ ਰੂਲ ਲਗਾਓਗੇ ਤੇ ਇਹਦੀ ਡਾਇਰੈਕਸ਼ਨ ਆਏਗੀ ਅਪਵਰਡ, ਬਿਲਕੁਲ ਦੇਖੋ ਮੈਂ ਸ਼ੋ ਕੀਤੀ ਹੈ ਡਾਇਰੈਕਟਡ ਅਪਵਰਡ।
कहने का मतलब इनू जे असी कापी दे नाल असी शो करिए कि एक फोर्स ए हो गई डायरेक्टेड अपवर्ड हैगी प्लेन च ही है, दूजी फोर्स आ देखो बिल्कुल डायरेक्टेड डाउनवर्ड। इस तरह जड़ियां ने दो फोर्सिस साड़ियां एक्ट करनियां, बट दीज फोर्सिस आर इक्वल आई बी बी साइन थीटा ते जिन्नी वैल्यू F4 है ओनी ही F3 दी है। आई बी बी साइन थीटा ओ भी आई बी बी साइन थीटा, दोनों देखो ध्यान नाल ओपोजिट ने, दोनों ओपोजिट ने, इक्वल भी है ओपोजिट भी है, पर बड़े ध्यान नाल देखो इन्हां दोनों दा लाइन ऑफ एक्शन बिल्कुल सेम है, इक्को लाइन दे विच एक्ट कर गईयां, दोनों दा लाइन ऑफ एक्शन बिल्कुल जिहड़ा है वो सेम होएगा। ते जदों लाइन ऑफ एक्शन सेम होवे, मान लो भी एक बच्चा कापी इत्थों मैं इधर नूं खिंचा, दूसरा बच्चा कापी इधर नूं खिंचदा है बराबर दी फोर्स नाल, लाइक दिस, एक इधर नूं खिंच रहा है एक इधर नूं खिंच रहा है, कि यह कापी जिहड़ी है साडी की ये रोटेट करेगी? कदी भी नहीं रोटेट करेगी, भावें फोर्सिस इक्वल ने भावें ऑपोजिट ने, बट दे हैव सेम लाइन ऑफ एक्शन। ਇਹ कदी भी कपल नहीं बना सकदियां, कदी भी टॉर्क पैदा नहीं करनगियां। ते जेकर एक फोर्स इत्थे लगे एक इधर लगे, लाइन ऑफ एक्शन डिफरेंट है, एक दा इधर एक दा इधर, एकदम जिहड़ा है वो रोटेशन पैदा होंदी है। ਇਹਦਾ मतलब ਕਿਹੜੀਆਂ फोर्सिस ਜਿਹੜੀਆਂ ਨੇ ਉਹ टॉर्क पैदा नहीं करनगियां। F4 ਤੇ F3 they will not produce any torque, they will cancel the effect of each other, but only the torque will be produced by F1 and F2 ਜਿਹੜਾ ਮੈਂ ਤੁਹਾਨੂੰ already ਜਿਹੜਾ ਹੈ ਉਹ डिस्कस कर ਦਿੱਤਾ है। now ਇਸ ਤੱਕ ਲਿਖਣ ਤੋਂ ਬਾਅਦ ਅਸੀਂ ਕੀ ਕਰਨਾ ਹੈ, ਇੱਕ ਲਾਈਨ ਲਿਖਣੀ ਹੈ F1 and F2 being equal, opposite and have different line of action, therefore they will produce torque। ਇਹ ਜਿਹੜੀਆਂ ਨੇ ਦੋਨੋਂ ਟਾਰਕ ਨੂੰ ਜਿਹੜੀਆਂ ਨੇ ਉਹ ਪ੍ਰੋਡਿਊਸ ਕਰਨਗੀਆਂ। ਹੈਂਸ torque is given by टॉर्क ਦਾ ਫਾਰਮੂਲਾ ਸਾਨੂੰ ਪਤਾ ਹੈ, फोर्स into perpendicular distance, फोर्स ਨੂੰ परपेंडिकुलर डिस्टेंस ਨਾਲ ਮਲਟੀਪਲਾਈ ਕਰ ਦਾਂਗੇ। आओ पहला एक ਜਿਹੜੀ ਹੈ एक नवी डायग्राम ਜਿਹੜੀ ਹੈ ਅਸੀਂ ਪਹਿਲਾਂ ਬਣਾ ਲਈਏ। now torque is given by either force into perpendicular distance। बेटा देखो बाकी कोयल ਜਿਹੜਾ है मैं रब करता, ए डी वाला ਜਿਹੜਾ पोर्शन ਸੀ स्टार्टिंग वाला मैं वो रखिਆ, एक फोर्स लग रही है F1, F फोर्स इज लाइक दिस साइड बिल्कुल परपेंडिकुलर आउटवर्ड, मैं इस तरह शो की है F1। दूसरी फोर्स हैगी साडे कोल F2 ਜਿਹੜੀ बिल्कुल परपेंडिकुलर किधर है इनवर्ड। फोर्स ਜਿਹੜੀ मर्जी ले लो, फोर्स ਨੂੰ परपेंडिकुलर डिस्टेंस नाल मल्टीप्लाई करीदा टॉर्क ਦਾ फार्मूला। मैं फोर्स ले ली F1 मल्टीप्लाई करता परपेंडिकुलर डिस्टेंस ਕਿਹੜਾ ਮੇਰੇ ਕੋਲ SD, ਤੇ इस राइट एंगल ट्राइंगल ਦੇ देखो आ एंगल थीटा सी, डायग्राम देखो पहली वाली, जे आ थीटा है ते आ भी एंगल थीटा होएगा, अल्टरनेट इंटीरियर। ते डायग्राम से देखो इन राइट एंगल ट्रायंगल ASD, SD लभना है, फोर्स इनटू परपेंडिकुलर डिस्टेंस। नाउ cos थीटा ਦਾ ਫਾਰਮੂਲਾ ਕੀ ਹੁੰਦਾ ਹੈ, बेस ओवर हाइपोटेन्यूज। बेस ਨੂੰ हाइपोटेन्यूज ਨਾਲ ਆਪਾਂ डिवाइड ਕਰਾਂਗੇ, SD ओवर AD, SD ओवर हाइपोटेन्यूज कितना साडा B, ਇਹ B आ गया, क्रॉस मल्टीप्लाई करके इन्हें इत्थे लै गए। नाउ SD विल बी इक्वल टू B cos थीटा, SD दी वैल्यू आ गई B cos थीटा। आ SD दी वैल्यू मैं इत्थे पुट कर दी, साडे कोल आ जाएगा F1 इंटू B cos थीटा। नाउ व्हाट इज F1? इक्वेशन नंबर 1 असी प्रूव कीती सी। F1 दी वैल्यू देखो इत्थे ILB, F1 दी जगह ते ILB नाल आ गया B cos थीटा।
आई ਲੈਂਥ ਇਨਟੂ ਬ੍ਰੈਡਥ ਐ ਮੈਂ ਇਕੱਠੇ ਕਰ ਲਏ ਕਿਉਂਕਿ ਲੈਂਥ ਤੇ ਬ੍ਰੈਡਥ ਨੂੰ ਮਲਟੀਪਲਾਈ ਕਰਾਂਗੇ ਸਾਡਾ ਏਰੀਆ ਬਣ ਜਾਏਗਾ आई एल बी बी cos थीटा ਤੇ एल बी ਦੀ ਜਗ੍ਹਾ ਦੇ ਉੱਤੇ ਅਸੀਂ ਲਿਖ ਦਿੱਤਾ A ਟਾਰਕ ਦਾ ਫਾਰਮੂਲਾ ਕੀ ਆ ਗਿਆ I ਦਾ I ਤੇ एल बी ਦੀ ਜਗ੍ਹਾ ਤੇ ਏਰੀਆ ਇਨਟੂ B ਸਾਡੇ ਕੋਲ ਕਿੰਨਾ ਆ ਗਿਆ cos ਥੀਟਾ ਤੇ ਜੇਕਰ ਕੋਇਲ ਦੀਆਂ ਨੰਬਰ ਆਫ ਟਰਨਸ ਕਿੰਨੀਆਂ ਨੇ ਮੰਨ ਲਓ n ਅਸੀਂ ਪਹਿਲਾਂ ਇੱਕ ਟਰਨ ਬਾਰੇ ਗੱਲ ਕਰ ਰਹੇ ਸੀ ਜੇ ਨੰਬਰ ਆਫ ਟਰਨਸ ਉਹਦੀਆਂ n ਨੇ ਤੇ ਫਿਰ ਟੋਟਲ ਟਾਰਕ ਕਿੰਨੀ ਆ ਜਾਏਗੀ n ਦੇ ਨਾਲ ਅਸੀਂ ਇਹਨੂੰ ਮਲਟੀਪਲਾਈ ਕਰ ਦਿੱਤਾ ਦੈਨ ਟੋਟਲ ਨੰਬਰ ਆਫ ਟਰਨਸ n i a b cos ਥੀਟਾ ਟੋਟਲ ਤੁਹਾਡੀ ਜਿਹੜੀ ਹੈ ਉਹ ਟਾਰਕ ਜਿਹੜੀ ਹੈ ਉਹ ਐਕਟ ਕਰੇਗੀ ਨਾਓ ਇਥੋਂ ਮੈਂ ਥੋੜਾ ਜਿਹਾ ਰਬ ਕਰਨ ਲੱਗਾ ਨਾਓ nia this is called magnetic dipole moment but nia is capital M मैग्नेटिक डाइपोल मूवमेंट इन्हों ਅਸੀਂ ਕੀ ਬੋਲਦੇ ਆ मैग्नेटिक डाइपोल मूवमेंट therefore torque will be equal to mb ਸਾਡੇ ਕੋਲ ਬਣ ਜਾਏਗਾ cos थीटा ਇਹਦੀ ਜਗ੍ਹਾ ਤੇ ਅਸੀਂ m ਲਿਖ ਦਿੱਤਾ the formula will become mb cos theta now this is the formula for torque in term of scalar function क्योंकि ये डॉट प्रोडक्ट जाएगा mb cos theta but साडी टॉर्क जेड़ी है but alpha plus theta is equal to 90 degree this implies theta is equal to 90 minus alpha this implies torque will be equal to mb cos 90 minus alpha and mb ਸਾਡੇ ਕੋਲ ਆ ਜਾਏਗਾ sin alpha therefore in vector form we can write m vector cross b vector ਇਸ ਤਰ੍ਹਾਂ ਸਾਡਾ ਫਾਰਮੂਲਾ ਨਿਕਲੇਗਾ ਤੇ alpha ਕਿਹੜਾ ਐਂਗਲ ਹੈ ਇੱਕ ਐਂਗਲ ਥੀਟਾ ਥੀਟਾ ਐਂਗਲ ਹੈ ਜਿਹੜਾ ਪਲੇਨ ਦੇ ਨਾਲ ਬਣਾਇਆ ਮੈਗਨੈਟਿਕ ਫੀਲਡ ਨੇ ਤੇ alpha ਐਂਗਲ ਹੈ ਜਿਹੜਾ ਅਸੀਂ ਇੱਕ ਨਾਰਮਲ ਖਿੱਚਾਂਗੇ ਉਹ ਮੈਗਨੈਟਿਕ ਫੀਲਡ ਨਾਲ ਜਿਹੜਾ ਐਂਗਲ ਬਣਾਏਗਾ ਉਹ ਸਾਡਾ ਐਂਗਲ ਕਿੰਨਾ ਹੈਗਾ ਅਲਫਾ ਇਸ ਤਰ੍ਹਾਂ ਅਲਫਾ ਤੇ ਥੀਟਾ ਦੋਨਾਂ ਦਾ ਜਿਹੜਾ ਜੋੜ ਹੈ ਅਲਫਾ ਪਲੱਸ ਥੀਟਾ ਦਾ ਜੋੜ 90 ਤੇ ਥੀਟਾ ਦੀ ਵੈਲਿਊ 90 ਮਾਈਨਸ ਅਲਫਾ ਜਿਹੜੀ ਇਹ ਵਿੱਚੋਂ ਨਿਕਾਲ ਕੇ ਇੱਥੇ ਪੁੱਟ ਕਰਕੇ ਸਾਡਾ ਇਹ ਫਾਰਮੂਲਾ ਬਣੇਗਾ ਧਿਆਨ ਰੱਖਣਾ ਹੈ ਥੀਟਾ ਇਜ਼ ਦਾ ਐਂਗਲ ਵਿਚ ਦਾ ਮੈਗਨੈਟਿਕ ਫੀਲਡ ਮੇਕਸ ਵਿਦ ਪਲੇਨ alpha is the angle which the magnetic field makes with normal to the plane I think ਕਿ ਤੁਹਾਨੂੰ ਜਿਹੜਾ ਅੱਜ ਦਾ ਆਰਟੀਕਲ ਜਿਹੜਾ ਹੈ ਕਲੀਅਰ ਹੋ ਗਿਆ ਟਾਈਮ